ਲੋਕਡਾਊਨ ਕਰਫਿਊ ਦੇ ਵਿੱਚ ਦੇਖਿਆ ਜਾਵੇ ਤਾਂ ਬਹੁਤ ਸਾਰੀਆਂ ਚੀਜ਼ਾਂ ਨਿਕਲ ਕੇ ਸਾਹਮਣੇ ਆਈਆਂ। ਲੋਕਾਂ ਨੂੰ ਸ਼ਾਇਦ ਕਹੀਏ ਤਾਂ ਚੰਗੀਆਂ ਅਤੇ ਬੁਰੀਆਂ ਕਈ ਤਰ੍ਹਾਂ ਦੀਆਂ ਯਾਦਾਂ ਨੇ ਜਿਹੜੀਆਂ ਇਹ ਲੋਕਡਾਊਨ ਕਰਫਿਊ ਦੇ ਚੱਲਿਆ। ਹਾਲਾਂਕਿ ਕਈ ਤਰ੍ਹਾਂ ਦੀ ਹੋ ਸਕਦਾ ਕਿਉਂਕਿ ਹਾਲਾਤ ਚੰਗੇ ਨਹੀਂ ਅਜੇ ਹੋਏ ਪੂਰਨ ਰੂਪ 'ਚ ਹੋਏ, ਤਾਂ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਸ਼ਾਇਦ ਇਸ ਤਰ੍ਹਾਂ ਦੇ ਐਕਸਪੀਰੀਅੰਸ ਦੇਖਣ ਨੂੰ ਮਿਲ ਸਕਦੇ ਨੇ। ਪਰ ਫਿਰ ਵੀ ਆਖਿਰ ਜਿਹੜਾ ਇਹ ਟਾਈਮ ਬੀਤਿਆ, ਮਾਰਚ ਦੇ ਵਿੱਚ ਲੋਕਡਾਊਨ ਕਰਫਿਊ ਲੱਗਦਾ ਤਾਂ ਉਸ ਤੋਂ ਬਾਅਦ ਹਾਲਾਤ ਹੁਣ ਜਾ ਕੇ ਕਿਤੇ ਬਿਹਤਰ ਹੋਣੇ ਸ਼ੁਰੂ ਹੋਏ ਨੇ, ਢਿੱਲਾਂ ਮਿਲਣੀਆਂ ਸ਼ੁਰੂ ਹੋਈਆਂ ਨੇ। ਪਰ ਪਰਿਵਾਰਾਂ ਦਾ ਜਦੋਂ ਮਜਬੂਰਨਵਸ਼ੀ ਕਹਿ ਲਈਏ, ਚਾਹੇ ਉਹ ਚਾਹੁੰਦੇ ਹੋਏ ਇਕੱਠੇ ਰਹੇ ਤਾਂ ਆਖਿਰਕਾਰ ਨਤੀਜੇ ਕੀ ਰਹੇ। ਇਹ ਇੱਕ ਰਿਸਰਚ ਹੈ ਜਿਹੜੀ ਉਹ ਸਾਹਮਣੇ ਆਈ ਹੈ। ਸਟਾਕ ਕੋਆਰਡੀਨੇਟਰ ਮਹਿੰਦਰ ਕੁਮਾਰ ਸਾਡੇ ਨਾਲ ਨੇ, ਉਹਨਾਂ ਵੱਲੋਂ ਕਈ ਪਹਿਲੂਆਂ ਕਈ ਸਵਾਲਾਂ 'ਤੇ ਰਿਸਰਚ ਕੀਤੀ ਗਈ। ਪਰਿਵਾਰਕ ਰਿਸ਼ਤਿਆਂ ਨੂੰ ਲੈ ਕੇ ਵੀ, ਹਸਬੈਂਡ ਵਾਈਫ ਦੇ ਰਿਸ਼ਤੇ ਦੀ ਗੱਲ ਹੋਵੇ ਚਾਹੇ ਪੇਰੈਂਟਸ ਦੀ ਗੱਲ ਹੋਵੇ, ਕਿ ਆਖਿਰਕਾਰ ਕੀ ਕੋਈ ਨਤੀਜੇ ਪਹਿਲਾਂ ਨਾਲੋਂ ਬਦਲਦੇ ਦਿਖਾਈ ਦਿੱਤੇ। ਕਿਉਂਕਿ ਆਮ ਧਾਰਨਾ ਇਹ ਬਣੀ ਹੋਈ ਹੈ ਕਿ ਜ਼ਿਆਦਾਤਰ ਲੋਕ ਨੇ ਜਦੋਂ ਬਜ਼ੁਰਗ ਹੋ ਜਾਂਦੇ ਨੇ ਪੇਰੈਂਟਸ ਉਹਨਾਂ ਨੂੰ ਪੁੱਛਦੇ ਨਹੀਂ। ਹਸਬੈਂਡ ਵਾਈਫ ਦੇ ਵਿੱਚ ਅੱਜ ਟਾਈਮ ਇੰਨਾ ਹੈ ਨਹੀਂ ਕਿ ਉਹ ਆਪਸੀ ਰਿਲੇਸ਼ਨਸ਼ਿਪਾਂ ਨੂੰ ਅੱਗੇ ਵਧਾ ਸਕਣ ਤੇ ਬੱਚਿਆਂ ਨੂੰ ਲੈ ਕੇ ਵੀ ਗੱਲ ਕੀਤੀ ਜਾਵੇ। ਤਾਂ ਗੱਲ ਕਰਾਂਗੇ ਇਹਨਾਂ ਨਾਲ ਕਿ ਕੀ ਆਖਿਰ ਇਸ ਦਾ ਮਕਸਦ ਸੀ ਤੇ ਆਖਿਰ ਕੀ ਕੁਝ ਚੀਜ਼ਾਂ ਨਿਕਲ ਕੇ ਸਾਹਮਣੇ ਆਈਆਂ ਨੇ। ਮਹਿੰਦਰ ਜੀ, ਦੇਖਿਆ ਜਾਵੇ ਲੋਕਾਂ ਦੇ ਵਿੱਚ ਬੇਸ਼ੱਕ ਮਜਬੂਰੀ ਲੈ ਲਓ ਕਿ ਲੋਕਡਾਊਨ ਕਰਫਿਊ ਲੱਗਿਆ ਤਾਂ ਉਸ ਦੇ ਵਿੱਚ ਕਈ ਤਰ੍ਹਾਂ ਦੇ ਇਫੈਕਟ ਜ਼ਾਹਿਰ ਜੀ ਗੱਲ ਹੈ ਪਹਿਲਾਂ ਹੀ ਲੱਗਦਾ ਸੀ ਕਿ ਆਉਣਗੇ। ਪਹਿਲੀ ਗੱਲ ਤਾਂ ਜੇ ਤੁਸੀਂ ਜਿਹੜੀ ਪੂਰੀ ਰਿਸਰਚ ਕੀਤੀ ਉਹਦੇ ਯੈਸ ਔਰ ਨੋ 'ਚ देखिए ਤਾਂ ਕੀ ਚੰਗੇ ਨੇ ਜਾਂ ਮਾੜੇ ਨੇ। देखिए, बात शुरू करने से पहले मैं बताना चाहूँगा कि जो लॉकडाउन का इम्प्लीमेंटेशन किया गया है इंडिया में, वो दूसरी कंट्रीज़ से जो एक्सपीरियंस आए उनके बाद किया गया कि लॉकडाउन ही एकमात्र सहारा था उस वक्त कोरोना वायरस की रोकथाम के लिए। जो रिसर्च हमने की उसकी फाइंडिंग्स जितनी हमारे पास आई हैं उसमें मैक्सिमम लोगों ने हमें सजेस्ट किया है कि लॉकडाउन ही उनके अकॉर्डिंग भी एकमात्र सॉल्यूशन था कोरोना वायरस पेंडेमिक से रोकथाम के लिए। जो आपस में रिलेशनशिप की बात जहाँ तक है फैमिली की, मैक्सिमम लोगों ने इसको पॉजिटिवली लिया है। लोगों ने अपने परिवार के साथ ज़्यादा समय बिताया है और अपने जो उनके बुज़ुर्ग फैमिली जो उनके साथ में नहीं रहते थे पेरेंट्स, उनके प्रति उनका जो पहले जितनी बार उनकी घर पे बात होती थी या अपने पेरेंट्स के प्रति जो कंसर्न था कह सकते हैं वो बढ़ गया। लोगों ने अपने परिवार के बारे में जो चिंता थी, अपने बुज़ुर्गों के बारे में जो उनसे दूर रह रहे हैं उनसे उन्होंने ज़्यादा बार कम्युनिकेट किया और ज़्यादा से ज़्यादा बार उनको बताया कि वो कैसे इस बीमारी से बच सकते हैं या बचाव किया जा सकता है। ਜ਼ਿਆਦਾਤਰ ਇਹ ਦਿਲਚਸਪ ਇਸ ਲਈ ਹੋ ਗਿਆ ਕਿ ਆਮ ਤੌਰ ਤੇ ਜੇ ਕਹੀਏ ਕਿ ਬਹੁਤ ਸਾਰਿਆਂ ਦੇ ਤਾਂ ਨਹੀਂ ਲੇਕਿਨ ਬਹੁਤ ਸਾਰੇ ਪਰਿਵਾਰ ਇਸ ਤਰ੍ਹਾਂ ਦੇ ਨੇ ਕਿ ਬਜ਼ੁਰਗ ਕਹਿੰਦੇ ਕਿ ਬੱਚਿਆਂ ਕੋਲ ਸਾਡੇ ਵਾਸਤੇ ਟਾਈਮ ਨਹੀਂ, ਚਾਹੇ ਤਾਂ ਉਹਨਾਂ ਦੀ ਮਜਬੂਰੀ ਲਾ ਲਓ ਬੱਚਿਆਂ ਦੀ ਵੀ ਅੱਗੇ, ਕਿਉਂਕਿ ਕੰਮਕਾਜ ਇਸ ਤਰ੍ਹਾਂ ਦੇ ਹੋ ਚੱਲੇ ਹੈਗੇ ਨੇ ਜਾਂ ਉਹਨਾਂ ਦੇ ਰੁਝੇਵੇ ਇਸ ਤਰ੍ਹਾਂ ਦੇ ਹੈਗੇ ਨੇ, ਉਹ ਨਹੀਂ ਟਾਈਮ ਦੇ ਪਾਉਂਦੇ। ਪਰ ਜੇ ਕਹੀਏ ਕਿ ਹੁਣ ਮਜਬੂਰੀ 'ਚ ਟਾਈਮ ਦੇਣਾ ਪੈ ਗਿਆ ਤਾਂ ਬਜ਼ੁਰਗਾਂ ਦੀ ਕਿਤੇ ਨਾ ਕਿਤੇ ਮੈਂਟਲੀ ਹਾਲਤ ਵੀ ਇਸ ਨਾਲ ਸੁਧਰੀ ਹੋਏਗੀ। जी हाँ, बिल्कुल आपने ठीक बताया कि इस दौरान परिवार जो हमने हमारा क्वेश्चनर अप्लाई किया, लोगों के जो रिप्लाई आए उससे हमें ये पता चला कि परिवार आपस में पास में आए। जो बुज़ुर्गों के उनके बच्चों के साथ जो रिलेशन थे वो पहले से बेहतर, उन्होंने जो रिप्लाई किया है, जो रिस्पॉन्ड किया है, उन्होंने बताया कि उनके बेहतर हुए हैं। परिवार में जो बुज़ुर्गों की जो पहले जितनी बार उनके साथ उनका बात होती थी या जितनी बार वो उनसे कम्युनिकेट कर पाते थे, इस दौरान उन्होंने उनसे ज़्यादा बार कम्युनिकेट किया है और उनकी फ़िक्र जो है वो पहले से उनकी बढ़ गई थी। ਜੇ ਹਸਬੈਂਡ ਵਾਈਫ ਦੇ ਰਿਸ਼ਤਿਆਂ ਦੀ ਗੱਲ ਕੀਤੀ ਜਾਵੇ, ਆਮ ਤੌਰ ਤੇ ਦੇਖਦੇ ਆ ਕਿ ਕਿਤੇ ਨਾ ਕਿਤੇ ਆਪਸੀ ਨੋਕ-ਝੋਕ ਹੁੰਦੀ ਰਹਿੰਦੀ ਆ, ਪਰ ਲੱਗਦਾ ਇਹ ਸੀਗਾ ਕਿ ਹਸਬੈਂਡ ਵਾਈਫ ਜੇ ਹੁਣ ਇਕੱਠਾ ਇੰਨਾ ਟਾਈਮ ਰਹਿਣਗੇ ਤਾਂ ਹੋ ਸਕਦਾ ਉਹਦੇ ਮਾੜੇ ਇਫੈਕਟ ਨਜ਼ਰ ਆਉਣ, ਕਿਤੇ ਆਪਸ 'ਚ ਲੜਨਾ ਹੀ ਨਾ ਸ਼ੁਰੂ ਹੋ ਜਾਣ। ਤਾਂ ਉਸ ਨੂੰ ਲੈ ਕੇ ਕਿਸ ਤਰ੍ਹਾਂ ਦੀ ਧਾਰਨਾ ਸਾਹਮਣੇ ਆਈ ਹੈ ਕਿ ਵਾਈਫ ਕੋਲ ਹਮੇਸ਼ਾ ਇਹ ਰਹਿੰਦੀ ਹੈ ਗੱਲ ਕਿ ਹਸਬੈਂਡ ਟਾਈਮ ਨਹੀਂ ਦੇ ਪਾਉਂਦੇ ਹੈਗੇ, ਟਾਈਮ ਦੇ ਪਾਏ ਇਸ 'ਚ। देखिए, जो हमें रिस्पॉन्स आए उसमें मोर देन 70% लोगों ने एक्सेप्ट किया कि हस्बैंड वाइफ ने पहले से ज़्यादा एक दूसरे के साथ कम्युनिकेट किया, ज़्यादा वक्त साथ में बिताया। इवन कि 40 to 42% लोगों ने एक्सेप्ट किया कि फीमेल्स ने एक्सेप्ट किया कि उनके हस्बैंड ने किचन में उनके साथ में ज़्यादा वक्त स्पेंड किया है, उनके रिश्तों में पहले से ज़्यादा सुधार आया है और कहीं ना कहीं उनके बीच में आपसी सामंजस्य पहले से बेहतर हुआ है ड्यूरिंग लॉकडाउन। ਇਸ ਦੇ ਵਿੱਚ ਇੱਕ ਸਭ ਤੋਂ ਜ਼ਿਆਦਾ ਲੋਕਾਂ ਦੇ ਵਿੱਚ ਜੇ ਕਹੀਏ ਕਿ ਇੱਕ ਮਜ਼ਾਕ ਵੀ ਬੰਦਾ ਨਜ਼ਰ ਆਉਂਦਾ ਸੀਗਾ ਕਿ ਹੋ ਸਕਦਾ ਕਿ ਕਰੋਨਾ ਮਹਾਮਾਰੀ ਕਰਕੇ ਲੋਕਡਾਊਨ ਤਾਂ ਲਾਇਆ ਹੈਗਾ ਤੇ ਕੱਲ੍ਹ ਨੂੰ ਜਨਸੰਖਿਆ ਵੱਧ ਸਕਦੀ ਹੈ, ਯਾਨੀ ਕਿ ਸੈਕਸ਼ੂਅਲੀ ਰਿਲੇਸ਼ਨਸ਼ਿਪ 'ਤੇ ਵੀ ਇੱਕ ਸਵਾਲ ਖੜਾ ਹੋਇਆ ਸੀਗਾ। ਉਹਨੂੰ ਲੈ ਕੇ ਵੀ ਕੀ ਕੋਈ ਤੁਸੀਂ ਪੁੱਛਿਆ ਸੀ ਸਵਾਲ ਕਿ ਕਿਸ ਤਰ੍ਹਾਂ ਨਾਲ ਪਹਿਲਾਂ ਬੈਟਰ ਹੋਈ ਹੈ ਜਾਂ ਇੱਕ ਨੋਰਮਲ ਲਾਈਫ ਹੀ ਪਹਿਲਾਂ ਵਾਂਗ ਹੀ ਚੱਲਦੀ ਰਹੀ ਇਸ ਦੇ ਵਿੱਚ। देखिए, इसमें जो हमें जो रेस्पॉन्सेज मिले हैं लोगों के, 60 to 65% लोगों ने एक्सेप्ट किया कि उनकी सेक्सुअल बिहेवियर पहले से इम्प्रूव हुए हैं और हस्बैंड वाइफ के बीच में इंटीमेसी पहले से इम्प्रूव हुई है, क्योंकि अब उनके पास में ज़्यादा वक्त है साथ में बिताने के लिए और कम्युनिकेट वो पहले से बेहतर तरीके से कर पा रहे हैं। ਯੂਜ਼ਿੰਗ ਦੇ ਵਿੱਚ ਦੇਖਿਆ ਜਾਵੇ ਕਿ ਲੋਕਾਂ ਨੇ ਖਾਣ ਪੀਣ ਦੇ ਅਸੀਂ ਬਹੁਤ ਦੇਖਦੇ ਸੀਗੇ ਤਸਵੀਰਾਂ ਵੀਡੀਓ ਸਾਹਮਣੇ ਆਉਂਦੇ ਸੀਗੇ
ਖਾਣ ਪੀਣ ਦਾ ਜੇ ਕਹੀਏ ਨਜ਼ਰੀਆ ਬਦਲਿਆ ਜਾਂ ਐਕਸਪੈਰੀਮੈਂਟ ਲੋਕਾਂ ਨੇ ਕਰਨੇ ਜ਼ਿਆਦਾ ਸ਼ੁਰੂ ਕਰਤੇ ਜਾਂ ਫਿਰ ਇਹ ਕਹੀਏ ਕਿ ਇੱਕ ਮਜਬੂਰੀ ਸੀ ਤਾਂ ਕਰਕੇ ਕਰਨਾ ਪਿਆ, ਅੱਗੇ ਸ਼ਾयद ਇਹ ਚੀਜ਼ਾਂ ਰੈਗੂਲਰ ਨਾ ਹੋਣ? देखिए, इस दौरान परिवार एक दूसरे के पास में आया, एक दूसरे की ज़रूरतें और एक दूसरे की पसंद नापसंद का पता चला कि परिवार में किसको क्या पसंद है खाना। लोगों ने लॉकडाउन को खाने के लिए पॉजिटिवली लिया है। लोगों ने नई नई डिशेस बनाई हैं, 3 से 4 बार घर में खाना बनाया, जो पहले यूजुअली 2 बार बनता था। जो फ्रीक्वेंसी हमारे रिस्पॉन्स में आई वो 3 से 4 बार आई है। और उसमें मैक्सिमम लोगों को ये एहसास हुआ कि अगर अभी वो कर सकते हैं तो शायद भविष्य में भी उसको कंटिन्यू कर सकते हैं। मिंदू जी कुछ इस तरह की चीज़ निकल के आई कि सब तो ज़्यादा खाने च पसंद की किया गया? जी हाँ, इस दौरान लोगों के पास में हमने जब पूछा कि आपने मैक्सिमम क्या क्या इस दौरान ट्राई किया, तो जो घर में अवेलेबल उनके साथ में एक इशू था कि राशन उनको फिक्स था उनके पास में। तो जो लोगों ने वेबसाइट पे इंटरनेट पे देख करके जो नई नई डिशेज थी, जो पैक्ड फूड थे उनके पास में, वो उन्होंने ज़्यादा ट्राई किए, जो पहले कभी बाहर जाकर के खाते थे। क्योंकि इस दौरान ना वो बाहर जाकर के अपने बच्चों के साथ में रेस्टोरेंट में फूड नहीं खा पा रहे थे, तो वो उन्होंने घर पे ज़्यादा ट्राई की। सबसे एक यूजिंग में अगर देखा जाए तो इंटरनेट का वैसे कहा जाता है कि ज़्यादातर अगर घर में बच्चे रहें या फिर आमतौर पे लोग रहें तो इंटरनेट का इस्तेमाल को लेकर क्या वो चीज़ें भी बड़ी फिर? जी, इंटरनेट आजकल एक बेसिक फैसिलिटीज़ की तरह हो गया है। इस रिसर्च में हमने पाया कि मोर देन 55% लोगों ने एक्सेप्ट किया कि उनका इंटरनेट यूज़ पहले से 50% से ज़्यादा बढ़ गया है। 18 से 25 साल के लोगों के बीच में जो रिस्पॉन्स आया, उनका मैक्सिमम यूज़ सोशल मीडिया पे आया, और 25 टू 40 ईयर्स के लोगों का मैक्सिमम यूज़ वर्क फ्रॉम होम के लिए आया, जो लोग घर से काम कर रहे थे। जिस तरह ਦੇ ਨਾਲ ਇੱਕ ਚੀਜ਼ ਹੋਰ ਦੱਸੋ ਕਿ ਕਈ ਜਿਵੇਂ ਆਨਲਾਈਨ ਕਲਾਸਿਸ ਲੱਗੀਆਂ ਸਕੂਲਾਂ ਦੀਆਂ, ਪੇਰੈਂਟਸ ਨੇ ਇਸ ਚੀਜ਼ ਨੂੰ ਪੂਰਨ ਰੂਪ 'ਚ ਅਲਾਉ ਕਰਿਆ ਜਾਂ ਫਿਰ ਕੋਈ ਇਸ ਤਰ੍ਹਾਂ ਦੀ ਚੀਜ਼ ਨਿਕਲ ਕੇ ਸਾਹਮਣੇ ਆਈ ਕਿ ਪੇਰੈਂਟਸ ਖੁਸ਼ ਨਹੀਂ ਸੀਗੇ ਕਿ ਆਨਲਾਈਨ, ਕਿਉਂਕਿ ਇੰਟਰਨੈਟ ਨੂੰ ਲੈ ਕੇ ਹਮੇਸ਼ਾ ਹੀ ਪੇਰੈਂਟਸ ਸੈਂਸਿਟਿਵ ਰਹਿੰਦੇ ਨੇ ਕਿ ਉਹਨਾਂ ਦਾ ਬੱਚਾ ਜਿੰਨਾ ਘੱਟ ਤੋਂ ਘੱਟ ਦੇਖੇ, ਕਿਉਂਕਿ ਜਿਸ ਤਰ੍ਹਾਂ ਦੀ ਅਡਲਟ ਸਾਈਟਸ ਉਸ 'ਤੇ ਰਹਿੰਦੀਆਂ ਨੇ ਜਾਂ ਫਿਰ ਕਿਤੇ ਉਸਦੀ ਲੱਤ ਨਾ ਲੱਗ ਜਾਏ ਆਉਣ ਵਾਲੇ ਟਾਈਮ 'ਚ, ਇਹ ਕੁਛ ਸੀ। देखिए, जब लॉकडाउन अनाउंस हुआ उसके थोड़े पीरियड के बाद में जब स्कूल्स ने ऑनलाइन क्लासेस स्टार्ट की, तो ये लोगों का पहला एक्सपीरियंस था फ़ोन से एजुकेशन का, वो भी वाया स्कूल। अभी तक सिर्फ फ़ोन का यूज़ या तो बात करने के लिए होता था या कुछ सर्च करने के लिए होता था। पेरेंट्स ने इसको पॉजिटिवली लिया और एक फ्यूचर कॉन्सेप्ट भी उनके लिए सामने आया कि अगर ये लंबा चलता है या भविष्य में भी ऐसी सिचुएशन होती है, तो वो बच्चों को स्कूल जाने के लिए तो कह नहीं सकते और एजुकेशन उनका बीच में रोक नहीं सकते हैं। तो फ़ोन पे जो एजुकेशन का, ऑनलाइन जो एजुकेशन का है ट्रेंड, उसको पेरेंट्स ने पॉजिटिवली लिया है। महेंद्र जी इतना पूछूंगा लास्ट में कि लॉकडाउन कर्फ्यू निकल के गया, लोगों को अच्छी बुरी अगर हम कहें कि यादें दे गया है, तो सबसे ज़्यादा अगर हम देखा जाए तो पॉजिटिवली जो हमारी सोसाइटी के लिए भी अच्छा हुआ, उसमें क्या इफेक्ट मानते हैं? कोरोना का खतरा तो अभी बरकरार है, हो सकता है आगे फिर कोई इस तरह की सिचुएशन बन जाए, लेकिन एक अच्छा नज़रिया क्या देगा? क्योंकि इस बुरे दौर के बीच में बुरी बातें बहुत सी रही, दुखांत खबरें रहीं, डेटेज रहे कोरोना के, लेकिन अच्छा अनुभव अगर देखा जाए तो वो चुनिंदा चीज़ों में से क्या है? इस दौरान जो हमने एक सवाल पूछा था कि क्या आपने सामाजिक रूप से कोई सामंजस्य या कोई किसी की मदद करने की कोशिश की, या आपकी ज़िंदगी में क्या बदलाव आया? बहुत सारे लोगों के जो रेस्पॉन्स थे वो इसी बारे में थे कि समाज से, उनके परिवार से, रिश्ते से और नेबर से, स्पेशली जिस सोसाइटी में रहते हैं, किसी न किसी रूप से उनको मदद मिली और उन्होंने अपने नेबर्स की, चाहे वो अवेयरनेस फैलाने में हो या किसी न किसी भी मदद तरीके से उनकी मदद करने में हो, तो लोग एक दूसरे के सामाजिक रूप से ज़्यादा करीब आए हैं। बिल्कुल कहा जा सकता है कि लॉकडाउन कर्फ्यू ने जो समाजिक दूरियां ਜੇ ਕਹੀਏ ਇਹ ਤੋਂ ਪਤਾ ਲੱਗਦਾ ਕਿ ਜੋ ਸਮਾਜਿਕ ਦੂਰੀਆਂ ਆਮ ਲੋਕਾਂ ਦੇ ਵਿੱਚ ਅੱਜ ਟਾਈਮ ਨਾ ਹੋਣ ਦੀ ਵਜ੍ਹਾ ਨਾਲ ਜਾਂ ਫਿਰ ਆਪਸੀ ਰਿਲੇਸ਼ਨਸ਼ਿਪ ਇਸ ਤਰ੍ਹਾਂ ਦੀ ਬਣ ਗਈ, ਕੰਮਕਾਜ ਇਸ ਤਰ੍ਹਾਂ ਦੇ ਬਣ ਗਏ ਜਾਂ ਸੋਸਾਇਟੀ ਦਾ ਨਜ਼ਰੀਆ ਇਸ ਤਰ੍ਹਾਂ ਦਾ ਬਣ ਗਿਆ ਕਿ ਜੋ ਸਮਾਜਿਕ ਦੂਰੀਆਂ ਬਣਦੀਆਂ ਹੋਈਆਂ ਦਿਖਾਈ ਦਿੰਦੀਆਂ ਸੀ, ਚਾਹੇ ਉਹ ਪੇਰੈਂਟਸ ਦੇ ਨਾਲ ਹੋਣ, ਚਾਹੇ ਵਾਈਫ ਦੇ ਨਾਲ, ਹਸਬੈਂਡ ਵਾਈਫ ਦੇ ਵਿੱਚ ਹੋਣ, ਚਾਹੇ ਤੁਹਾਡੇ ਆਂਢ ਗੁਆਂਢ ਦੇ ਵਿੱਚ ਹੋਣ, ਤਾਂ ਉਹ ਚੀਜ਼ਾਂ ਦਾ ਇੱਕ ਚੰਗਾ ਨਜ਼ਰੀਆ ਇਹ ਕੋਰੋਨਾ ਦੇ ਲੌਕਡਾਊਨ ਕਰਫਿਊ ਦੇ ਵਿੱਚ ਦੇ ਚੱਲਿਆ ਹੈਗਾ। ਕਹਿ ਸਕਦੇ ਹਾਂ ਕਿ ਇਹ ਚੀਜ਼ਾਂ ਇਸ ਤਰ੍ਹਾਂ ਦੀਆਂ ਨੇ ਕਿ ਜ਼ਿਆਦਾਤਰ ਇਹਦੇ ਵਿੱਚ ਦੇਖਿਆ ਜਾਵੇ ਜੇ ਕੋਈ ਲੋਕ ਘਰੇ ਰਹੇ ਤਾਂ ਉਹ 'ਚ ਇੱਕ ਚੰਗੇ ਜਿਹੜੇ ਨੇ ਕਿ ਸੰਕੇਤ ਮਿਲਦੇ ਹੋਏ ਨਜ਼ਰ ਆਏ ਕਿ ਆਖਿਰਕਾਰ ਜੇ ਇਹ ਚੀਜ਼ਾਂ ਨੂੰ ਰੈਗੂਲਰ ਕੀਤਾ ਜਾਵੇ ਤਾਂ ਲੋਕਾਂ ਨੂੰ ਹੁਣ ਸੋਚਣ ਲਈ ਮਜਬੂਰ ਕਰਤਾ ਕਿ ਜੇ ਇਹ ਚੀਜ਼ਾਂ ਅਸੀਂ ਅਪਣਾ ਲਈ ਆਮ ਜ਼ਿੰਦਗੀ ਦੇ ਵਿੱਚ ਦੁਬਾਰਾ ਤੋਂ, ਤਾਂ ਹੋ ਸਕਦਾ ਹੈ ਬਹੁਤ ਸਾਰੀਆਂ ਟੈਨਸ਼ਨਾਂ ਤੇ ਬਹੁਤ ਸਾਰੀਆਂ ਚੰਗੀਆਂ ਚੀਜ਼ਾਂ ਪਰਿਵਾਰ ਨੂੰ ਅੱਗੇ ਚਲਾਉਣ ਦੇ ਵਿੱਚ ਸਹਾਇਕ ਹੋ ਸਕਦੀਆਂ ਨੇ। ਵੀਡੀਓ ਜਰਨਲਿਸਟ ਗੌਰਵ ਦੇ ਨਾਲ ਸੁਮੀਤ ਜੋਸ਼ੀ, ਡੇਲੀ ਪੋਸਟ ਪੰਜਾਬੀ, ਚੰਡੀਗੜ੍ਹ। ਲੌਕਡਾਊਨ